ਦੋਸਤੋ ਹੁਣ ਤੱਕ ਸਾਡੇ ਸਾਰਿਆਂ ਦੇ ਮਨਾਂ ਦੇ ਅੰਦਰ ਇੱਕ ਖਾਸ ਕਿਸਮ ਦਾ ਭਰਮ ਸੀ। ਉਹ ਭਰਮ ਸੀ ਕਿ ਸਾਨੂੰ ਜਾਪ ਰਿਹਾ ਸੀ ਕਿ ਇਹ ਜੋ ਵੁਹਾਨ ਵਾਇਰਸ ਹੈ ਕਿ ਇਹ ਵਾਕਈ ਚਾਈਨੀਜ਼ ਵਾਇਰਸ ਹੈ ਜਾਂ ਇਹ ਨੈਚੁਰਲ ਵਾਇਰਸ ਹੈ। ਇਹ ਨੈਚੁਰਲ ਔਰ ਮੈਨ ਮੇਡ ਹੋਣ ਦੇ ਪਿੱਛੇ ਬਹੁਤ ਸਾਰੇ ਲੋਕਾਂ ਦੇ, ਬਹੁਤ ਸਾਰੇ ਐਕਸਪਰਟਸ ਦੇ ਆਪੋ ਆਪਣੀ ਵਿਊਜ਼ ਸੀ। ਹੁਣ ਇਸ ਚੀਜ਼ ਨੂੰ ਲੈ ਕੇ ਇੱਕ ਖਾਸ ਖੁਲਾਸਾ ਵਰਲਡ ਮੀਡੀਆ ਦੇ ਵਿੱਚ ਹੋ ਚੁੱਕਿਆ ਹੈ। ਧੜਾਧੜ ਨਿਊਜ਼ ਪਬਲਿਸ਼ ਹੋ ਰਹੀਆਂ ਨੇ। ਕੀ ਹੈ ਚਾਈਨੀਜ਼ ਜਾਂ ਵੁਹਾਨ ਵਾਇਰਸ, ਕਿੱਥੋਂ ਡਿਵੈਲਪ ਹੋਇਆ ਸੀ, ਅਮਰੀਕਾ ਦਾ ਇਸ ਨੂੰ ਲੈ ਕੇ ਕੀ ਰਿਐਕਸ਼ਨ ਹੈ ਔਰ ਇਸ ਉੱਤੇ ਹੁਣ ਅੱਗੇ ਦੀ ਕਾਰਵਾਈ ਕੀ ਹੋਵੇਗੀ। ਫਰੰਟਲਾਈਨਸ ਬੈਕਗ੍ਰਾਉਂਡ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹਨਾਂ तमाम ਚੀਜ਼ਾਂ ਬਾਰੇ ਖਾਸ ਗੱਲਬਾਤ ਸਾਂਝਾ ਕਰਾਂਗੇ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਦੋਸਤੋ ਹੁਣ ਤੋਂ ਇੱਕ ਹਫ਼ਤਾ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੀ ਕਰਦੇ ਨੇ, ਇੱਕ ਡੈਡਲਾਈਨ ਦਿੰਦੇ ਨੇ ਆਪਣੀ ਖੁਫੀਆ ਏਜੰਸੀਜ਼ ਨੂੰ ਕਿ ਜੋ ਕਰੋਨਾ ਵਾਇਰਸ ਹੈ ਉਹ ਡਿਵੈਲਪ ਕਿੱਥੋਂ ਹੁੰਦਾ ਹੈ, ਕਿੱਥੋਂ ਬਣ ਕੇ ਇਹ ਅੱਗੇ ਆ ਗਿਆ, ਇਸ ਦੀ ਐਸਟੈਬਲਿਸ਼ਮੈਂਟ ਕਿਸ ਤਰ੍ਹਾਂ ਹੋ ਗਈ, ਇਸ ਦੀ ਡਿਵੈਲਪਮੈਂਟ ਕਿੱਥੋਂ ਹੋਈ, ਇਸ ਨੇ ਜਨਮ ਕਿੱਥੋਂ ਲਿਆ, ਇਸ ਮੁਤਲਕ तमाम ਜਾਣਕਾਰੀ ਜਿਹੜੀ ਹੈ ਉਹ ਸਾਨੂੰ ਚਾਹੀਦੀ ਹੈ। ਤੇ ਇਸ ਚੀਜ਼ ਨੇ, ਇਸ ਡੈਡਲਾਈਨ ਨੇ ਜਦੋਂ ਇਹ ਖਬਰ ਜਿਹੜੀ ਹੈ ਵਰਲਡ ਮੀਡੀਆ ਦੇ ਵਿੱਚ ਪਹੁੰਚੀ ਤਾਂ ਇਸ ਨੇ ਕੀਤਾ ਕਿ ਜੋ ਚਾਈਨਾ ਹੈ, ਚਾਈਨਾ ਦੀ ਬੌਖਲਾਹਟ ਨੂੰ, ਘਬਰਾਹਟ ਨੂੰ ਵਧਾ ਦਿੱਤਾ ਔਰ ਚਾਈਨਾ ਤਾਂ ਕਿ ਇਸ ਖਬਰ ਤੋਂ ਲੋਕਾਂ ਦਾ ਧਿਆਨ ਚਾਈਨਾ ਵੱਲੋਂ ਹਟ ਜਾਵੇ ਤੇ ਉਸਨੇ ਨੀਅਰ ਬਾਏ ਕੰਟਰੀਜ਼ ਦੇ ਵਿੱਚ ਡਿਸਟਰਬੈਂਸਸ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੀ ਹਾਂ, ਤੁਸੀਂ ਸੁਣਿਆ ਹੀ ਹੋਵੇਗਾ ਕਿ ਮਲੇਸ਼ੀਆ ਦੇ ਵਿੱਚ ਹਾਲ ਹੀ ਚਾਈਨਾ ਨੇ 16 ਲੜਾਕੂ ਵਿਮਾਨ ਜਿਹੜੇ ਨੇ ਉਹ ਭੇਜੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਕਾਫੀ ਹੈਵੀ ਵੀ ਹੈ। ਦੋਸਤੋ ਚਾਈਨਾ ਦੀਆਂ ਇਹਨਾਂ ਹਰਕਤਾਂ ਤੋਂ ਸਾਫ਼ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਉਸ ਦੇ ਮਨ ਦੇ ਵਿੱਚ ਖੋਟ ਹੈ ਔਰ ਇਸੇ ਤਰ੍ਹਾਂ ਦੀ ਖਬਰਾਂ ਜੋ ਨੇ ਉਹ ਤਾਇਵਾਨ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀਆਂ ਕਿ ਤਾਇਵਾਨ ਦੇ ਵਿੱਚ ਵੀ ਚਾਈਨਾ ਨੇ ਡਿਸਟਰਬੈਂਸਸ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਦੋਸਤੋ ਇਸ ਦੇ ਨਾਲ ਹੁਣ ਹੋਣ ਕੀ ਲੱਗਾ ਹੈ, ਜਦੋਂ ਲੋਕ ਜਵਾਬ ਮੰਗਦੇ ਨੇ ਕਿ ਜੇਕਰ ਇਹ ਸੱਚ ਹੈ ਤਾਂ ਚਾਈਨਾ ਨੂੰ ਸਜ਼ਾ ਜਿਹੜੀ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ। ਸੋ ਇਸ ਸੰਬੰਧ ਦੇ ਵਿੱਚ ਚਾਈਨਾ ਤੋਂ $10 ਟ੍ਰਿਲੀਅਨ ਦਾ ਇੱਕ ਵਸੂਲੀ ਦੀ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਚਾਈਨਾ ਨੂੰ $10 ਟ੍ਰਿਲੀਅਨ ਦਾ ਜੁਰਮਾਨਾ ਜਿਹੜਾ ਹੈ ਉਹ ਭਰਨਾ ਪਵੇਗਾ ਕਿਉਂਕਿ ਪੂਰੇ ਵਰਲਡ ਦੇ ਵਿੱਚ ਚਾਈਨਾ ਨੇ ਜੋ ਡਿਸਟਰਬੈਂਸ ਕ੍ਰੀਏਟ ਕੀਤੀ ਹੈ ਔਰ ਸਾਨੂੰ 1.5-2 ਸਾਲ ਹੋ ਗਏ ਨੇ ਇਹਨਾਂ ਚੀਜ਼ਾਂ ਦੇ ਨਾਲ ਜੂਝਦਿਆਂ, ਲਾਕਡਾਊਨ ਕਰਕੇ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਹੈ। ਸੋ ਯਕੀਨਨ ਇਹ ਸਾਰੇ ਦੇ ਸਾਰੇ ਨੁਕਸਾਨ ਦੀ ਭਰਪਾਈ ਵੀ ਚਾਈਨਾ ਨੂੰ ਹੀ ਕਰਨੀ ਚਾਹੀਦੀ ਹੈ। ਸੋ ਇਸ ਕਰਕੇ $10 ਟ੍ਰਿਲੀਅਨ ਦੀ ਵਸੂਲੀ ਜਿਹੜੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਚਾਈਨਾ ਤੋਂ ਕੀਤੀ ਜਾਏਗੀ। ਔਰ ਨਾਲ ਦੀ ਨਾਲ ਜਦੋਂ ਇਹ ਏਜੰਸੀ ਦੁਆਰਾ ਯਾਨੀ ਕਿ CIA ਦੁਆਰਾ ਜੋ ਇੱਕ ਪ੍ਰੋਪਰ ਡਾਕੂਮੈਂਟਸ ਦੇ ਤੌਰ ਦੇ ਵਿੱਚ ਜਦੋਂ ਇਹ ਰਿਪੋਰਟ ਪਬਲਿਸ਼ ਕਰ ਦਿੱਤੀ ਜਾਏਗੀ ਤਾਂ ਇਹ ਆંકੜੇ ਜਿਹੜੇ ਨੇ ਦੋਸਤੋ ਕਿਹਾ ਜਾ ਰਿਹਾ ਕਿ ਦੁਨੀਆ ਭਰ ਦੇ ਵਿੱਚ ਨਸ਼ਰ ਕਰ ਦਿੱਤੇ ਜਾਣਗੇ। ਅਮਰੀਕਾ ਨੇ ਕਿਹਾ ਹੈ ਕਿ ਪੂਰਨ ਤੌਰ ਤੇ ਇਹ ਰਿਪੋਰਟ ਮਿਲਣ ਤੋਂ ਬਾਅਦ ਇਹ ਆંકੜੇ ਜਦੋਂ ਦੁਨੀਆ ਭਰ ਦੇ ਵਿੱਚ ਨਸ਼ਰ ਕਰ ਦਿੱਤੇ ਜਾਣਗੇ ਤਾਂ ਯਕੀਨੀ ਤੌਰ ਤੇ ਜੋ $10 ਟ੍ਰਿਲੀਅਨ ਨੇ ਉਹ ਚਾਈਨਾ ਨੂੰ ਕਿਹਾ ਜਾਏਗਾ ਕਿ ਉਹ ਅਦਾਇਗੀ ਕਰੇ। ਔਰ ਇਸ ਤੋਂ ਬਾਅਦ ਜੋ ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਉਹਨਾਂ ਤੱਕ ਖਬਰ ਪਹੁੰਚੀ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਹ ਚਾਈਨੀਜ਼ ਵਾਇਰਸ ਹੈ, ਪਰ ਉਸ ਵੇਲੇ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਮਜ਼ਾਕ ਉਡਾਇਆ ਗਿਆ ਸੀ। ਸੋ ਉਹਨਾਂ ਨੇ ਅਮਰੀਕੀ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਚਾਈਨਾ ਤੋਂ $10 ਟ੍ਰਿਲੀਅਨ ਜਿਹੜੇ ਨੇ ਉਹ ਲਏ ਜਾਣੇ ਚਾਹੀਦੇ ਨੇ ਤੇ ਇਹਨਾਂ ਪੈਸਿਆਂ ਨੂੰ ਡਿਸਟ੍ਰੀਬਿਊਟ ਕਰ ਦੇਣਾ ਚਾਹੀਦਾ ਉਹਨਾਂ ਲੋਕਾਂ ਦੇ ਵਿੱਚ, ਉਹਨਾਂ ਕੰਟਰੀਜ਼ ਦੇ ਵਿੱਚ ਕਿ ਜਿਸ ਕੰਟਰੀ ਨੇ ਜਿੰਨਾ ਸਫਰ ਕੀਤਾ ਹੈ ਉਸ ਅਕੋਰਡਿੰਗ ਉਹਨੇ ਪੈਸੇ ਜਿਹੜੇ ਆ ਉਹਨਾਂ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੱਤੇ ਜਾਣ। ਸੋ ਦੋਸਤੋ $10 ਟ੍ਰਿਲੀਅਨ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅਮਾਉਂਟ ਹੈ। ਇੰਡੀਆ ਦੀ ਇੱਕ ਸਾਲ ਦੀ GDP ਹੈ ਨੀਅਰ ਅਬਾਊਟ $2.8 ਟ੍ਰਿਲੀਅਨ। ਸੋ ਇੰਡੀਆ ਦੀ GDP ਤੋਂ ਕਰੀਬਨ 3 ਗੁਣਾ, ਈਵਨ 3 ਗੁਣਾ ਤੋਂ ਵੀ ਜ਼ਿਆਦਾ ਇਹ ਰਕਮ ਹੈ ਜੋ ਚਾਈਨਾ ਨੂੰ ਅਦਾਇਗੀ ਵਾਸਤੇ ਜਿਸ ਦੀ ਕਿਹਾ ਗਿਆ ਹੈ। ਹੁਣ ਵੱਡਾ ਸਵਾਲ ਖੜਾ ਇਹ ਹੁੰਦਾ ਕਿ ਕੀ ਚਾਈਨਾ ਜੋ ਹੈ ਉਹ ਇਸ ਵੱਡੀ ਰਕਮ ਦੀ ਅਦਾਇਗੀ ਕਰਨ ਵਾਸਤੇ ਮੰਨੇਗਾ? ਜਵਾਬ ਸਿੱਧਾ ਹੈ ਨਹੀਂ। ਸੋ ਇਸ ਸੂਰਤ ਵਿੱਚ ਅਮਰੀਕਾ ਵੱਲੋਂ ਕੀ ਕੀਤਾ ਜਾਏਗਾ? ਤੁਹਾਨੂੰ ਦੱਸਦੇ ਹਾਂ ਕਿ ਅਮਰੀਕਾ ਕੀ ਕਰ ਰਿਹਾ ਹੈ ਇਸ ਵੇਲੇ। ਉਸਨੇ ਲੋੜ ਸਮਝੀ ਹੈ ਕਿ ਪਹਿਲਾਂ ਤਾਂ ਇੱਕ ਵਾਰੀ ਬੜੇ ਪਿਆਰ ਦੇ ਨਾਲ ਔਰ ਗੱਲਬਾਤ ਦੇ ਮਾਮਲੇ ਨਾਲ ਚਾਈਨਾ ਨਾਲ ਗੱਲਬਾਤ ਕੀਤੀ ਜਾਏਗੀ ਔਰ ਕਿਹਾ ਜਾਏਗੀ ਕਿ ਸਿੱਧੇ ਤੁਸੀਂ ਸਾਨੂੰ $10 ਟ੍ਰਿਲੀਅਨ ਜਿਹੜੇ ਹੈਗੇ ਨੇ ਉਹ ਜੁਰਮਾਨਾ ਭਰ ਦਿਓ। ਔਰ ਨਾ ਮੰਨਣ ਦੀ ਸੂਰਤ ਵਿੱਚ, ਕਿਉਂਕਿ ਇਸ ਪੈਂਡੈਮਿਕ ਦੇ ਆਉਣ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ, ਤਾਂ ਕਿਹਾ ਜਾਏਗਾ ਕਿ ਚਾਈਨਾ ਜੇਕਰ ਨਹੀਂ ਮੰਨਦਾ ਤਾਂ ਬਾਕੀ ਸਾਰੇ ਦੇਸ਼ ਜਿਹੜੇ ਨੇ ਉਹ ਇਸ ਸੂਰਤ ਦੇ ਵਿੱਚ ਅਮਰੀਕਾ ਦਾ ਸਾਥ ਦੇਣਗੇ।
ਔਰ ਚਾਈਨਾ ਜੋ ਦੁਨੀਆ ਦੀ ਇੱਕ ਵੱਡੀ ਇਕਨੋਮਿਕ ਪਾਵਰ ਬਣਨ ਦੀ ਕਗਾਰ ਤੇ ਹੈ, ਜਾਂ ਕਹਿ ਸਕਦੇ ਹਾਂ ਕਿ ਚਾਈਨੀਜ਼ ਇਕਨੋਮੀ ਜੋ ਹੈ ਉਹ ਇਸ ਟਾਈਮ ਨੰਬਰ 1 ਇਕਨੋਮੀ ਆਫ ਦ ਵਰਲਡ ਹੈ। ਸੋ ਇੱਥੇ ਅਮਰੀਕਾ ਵੱਲੋਂ ਔਰ ਬਾਕੀ ਦੇਸ਼ਾਂ ਵੱਲੋਂ ਆਪਸ ਦੇ ਵਿੱਚ ਮੋਨੋਪੋਲੀ ਕਰਕੇ, ਆਪਸ ਦੇ ਵਿੱਚ ਇਕੱਠਿਆਂ ਹੋ ਕੇ ਯੂਨਿਟੀ ਕਰਕੇ ਕੀ ਕੀਤਾ ਜਾਏਗਾ, ਜੋ ਚਾਈਨੀਜ਼ ਤੇ ਚਾਈਨਾ ਵੱਲੋਂ ਜਿਸ ਕਿਸਮ ਦੇ ਪ੍ਰੋਡਕਟਸ ਜਿਹੜੇ ਨੇ ਉਹ ਮਾਰਕੀਟ ਵਿੱਚ ਭੇਜੇ ਜਾ ਰਹੇ ਹਨ, ਉਹਨਾਂ ਤਮਾਮ ਚੀਜ਼ਾਂ ਦਾ ਬਾਈਕਾਟ। ਹੁਣ ਇਸ ਨਾਲ ਸਿੱਧੇ ਸਿੱਧੇ ਅਸਰ ਪਏਗਾ ਚਾਈਨਾ ਦੇ ਵਪਾਰ ਉੱਤੇ। ਸੋ ਇਸ ਤਰ੍ਹਾਂ ਕਰਨ ਦੀ ਜੋ ਕਿਆਸ ਨੇ ਉਹ ਲਗਾਏ ਜਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕੀ ਵਾਕਈ ਹੀ ਜੋ ਬਾਕੀ ਦੇਸ਼ ਨੇ ਉਹਨਾਂ ਨੂੰ ਅਮਰੀਕਾ ਵੱਲੋਂ ਇਕੱਠਿਆਂ ਕਰ ਦਿੱਤਾ ਜਾਏਗਾ। ਦੋਸਤੋ, ਹੁਣ ਚਾਈਨਾ ਜੋ ਇੱਕ ਇਕਨੋਮਿਕ ਪਾਵਰ ਇਸ ਦੁਨੀਆ ਦੀ ਬਣ ਚੁੱਕਿਆ ਹੈ, ਤਾਂ ਕੀ ਅਮਰੀਕਾ ਇਹ ਜ਼ਿੰਮਾ ਚੱਕਦਾ ਹੈ ਕਿ ਇਸ ਦੇ ਨਾਲ ਜਿੰਨੀਆਂ ਵੀ ਡਿਸਟਰਬੈਂਸਿਸ ਚਾਈਨਾ ਨੀਅਰ ਬਾਏ ਕੰਟਰੀਜ਼ ਵਿੱਚ ਕਰੇਗਾ, ਕਿ ਅਮਰੀਕਾ ਉਹਨਾਂ ਸਾਰੀ ਕੰਟਰੀਜ਼ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਵੇਗਾ? ਦੂਸਰਾ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਔਰ ਚਾਈਨਾ ਦੇ ਨਾ ਕਹਿਣ ਦੀ ਸੂਰਤ ਦੇ ਵਿੱਚ ਬਾਕੀ ਜਿੰਨੇ ਵੀ ਕੰਟਰੀਜ਼ ਹੈ, ਭਾਵੇਂ ਉਹ ਏਸ਼ੀਆਈ ਦੇਸ਼ ਨੇ, ਭਾਵੇਂ ਯੂਰਪੀ ਦੇਸ਼ ਨੇ, ਭਾਵੇਂ ਅਫਰੀਕੀ ਦੇਸ਼ ਨੇ, ਕਿ ਉਹਨਾਂ ਨੂੰ ਅਮਰੀਕਾ ਵੱਲੋਂ ਇਕਜੁੱਟ ਕਰ ਦਿੱਤਾ ਜਾਏਗਾ ਔਰ ਉਹ ਸਾਰੇ ਇਸ ਚੀਜ਼ ਦੇ ਹੱਕ ਵਿੱਚ ਹੋਣਗੇ? ਔਰ ਤੀਸਰਾ ਤੇ ਬੜਾ ਵੱਡਾ, ਬੜਾ ਅਹਿਮ ਸਵਾਲ ਦੋਸਤੋ ਇਹ ਹੈ ਕਿ ਕੀ ਜੋ ਅਸੀਂ ਇਸ ਤਮਾਮ ਮੈਟਰ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਅਮਰੀਕਾ ਵੱਲੋਂ ਖਾਸ ਕਿਸਮ ਦੀਆਂ ਪਾਬੰਦੀਆਂ ਬਾਕੀ ਦੇਸ਼ਾਂ ਨਾਲ ਮਿਲ ਕੇ ਚਾਈਨਾ ਉੱਤੇ ਲਗਾ ਦਿੱਤੀਆਂ ਜਾਣਗੀਆਂ, ਅਹਿਮ ਸਵਾਲ ਇਹੀ ਹੈ ਕਿ ਅਮਰੀਕਾ ਜੋ ਹੈ ਉਹ ਇਸ ਤਰ੍ਹਾਂ ਦੇ ਲੂਪ ਹੋਲਸ ਦੀ ਭਾਲ ਕਰ ਰਿਹਾ ਸੀ ਤਾਂ ਕਿ ਜੋ ਚਾਈਨਾ ਦਾ ਵਪਾਰ ਹੈ ਉਸ ਨੂੰ ਵੱਡੇ ਪੈਮਾਨੇ ਤੇ ਢਾਹ ਲੱਗ ਸਕੇ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇੱਕ ਵੱਡਾ ਸੈਟਬੈਕ ਹੋਏਗਾ ਚਾਈਨਾ ਵਾਸਤੇ। ਜਿੱਥੇ ਡੋਨਲਡ ਟਰੰਪ ਦੁਆਰਾ $10 ਟ੍ਰਿਲੀਅਨ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਇਹ ਨਾਲੋਂ ਨਾਲ ਸਾਫ਼ ਹੁੰਦਾ ਜਾ ਰਿਹਾ ਕਿ ਇਹ ਜੋ ਵਾਇਰਸ ਹੈ ਉਹ ਲੈਬ ਮੇਡ ਵਾਇਰਸ ਹੈ, ਇਹ ਨੈਚੁਰਲ ਵਾਇਰਸ ਨਹੀਂ ਹੈ। ਸੋ ਇੱਥੇ ਡੋਨਲਡ ਟਰੰਪ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ। ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਐਂਥਨੀ ਫੂਚੀ ਦਾ ਨਾਮ ਲਿਆ ਹੈ। ਹਾਲਾਂਕਿ ਉਹ ਆਪਣੀ ਸਟੇਟਮੈਂਟਸ ਜੋ ਨੇ ਉਸ ਨੂੰ ਟਵੀਟ ਨਹੀਂ ਕਰ ਪਾ ਰਹੇ ਕਿਉਂਕਿ ਟਵਿੱਟਰ ਦੇ ਵਿੱਚ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ, ਉੱਥੋਂ ਕੱਢ ਦਿੱਤਾ ਗਿਆ ਸੀ। ਸੋ ਉਹਨਾਂ ਦੀ ਸਟੇਟਮੈਂਟ ਅਲੱਗ ਤੋਂ ਜਿਹੜੀ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਨੇ ਐਂਥਨੀ ਫੂਚੀ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਐਂਥਨੀ ਫੂਚੀ ਜੋ ਨੇ ਉਹ ਬਹੁਤ ਸਮੇਂ ਤੋਂ ਇਸ ਇਨਸਾਨ ਦਾ ਨਾਮ ਜੋ ਹੈ ਉਹ ਜੁੜਦਾ ਰਿਹਾ ਹੈ, ਮੀਡੀਆ ਦੇ ਵਿੱਚ ਵੀ ਆਉਂਦਾ ਰਿਹਾ ਹੈ। ਔਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਇਸ ਦਾ ਕੁਝ ਪੁਰਾਣਾ ਰਾਬਤਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਔਰ ਇਦਾਂ ਦੇ ਕੁਝ ਸਬੂਤ ਵੀ ਸਾਨੂੰ ਮਿਲ ਚੁੱਕੇ ਨੇ। ਦੋਸਤੋ, ਐਂਥਨੀ ਫੂਚੀ ਜੋ ਕਿ ਇੱਕ ਡਾਕਟਰ ਦੱਸੇ ਜਾਂਦੇ ਨੇ ਔਰ ਉਸ ਵੇਲੇ ਦੀਆਂ ਕੋਵਿਡ ਟਾਸਕ ਫੋਰਸਿਸ ਦੇ ਹੈੱਡ ਸੀ। ਜਦੋਂ ਵੀ ਟਰੰਪ ਨੇ ਇਸ ਨੂੰ ਚਾਈਨੀਜ਼ ਵਾਇਰਸ ਕਿਹਾ, ਐਂਥਨੀ ਫੂਚੀ ਵੱਲੋਂ ਇਹਨਾਂ ਨੂੰ ਬਹੁਤ ਵੱਡੇ ਪੈਮਾਨੇ ਤੇ ਨਿਗਲੈਕਟ, ਰਿਜੈਕਟ ਕੀਤਾ ਜਾਂਦਾ ਰਿਹਾ। ਔਰ ਜਦੋਂ ਸਟੇਜ ਤੇ ਜਦੋਂ ਇਹ ਗੱਲ ਜਿਹੜੀ ਸੀ, ਜਦੋਂ ਚਾਈਨੀਜ਼ ਵਾਇਰਸ ਕਹਿ ਦਿੱਤਾ ਗਿਆ ਸੀ, ਤਾਂ ਬਹੁਤ ਵੱਡੇ ਪੈਮਾਨੇ ਤੇ ਵਰਲਡ ਦੇ ਮੀਡੀਆ ਦੇ ਵਿੱਚ ਨਸ਼ਰ ਹੋਈ ਸੀ ਇਹ ਗੱਲ। ਜਦੋਂ ਡੋਨਾਲਡ ਟਰੰਪ US ਦਾ ਪ੍ਰੈਜ਼ੀਡੈਂਟ ਲੋਕਾਂ ਨੂੰ ਸੰਬੋਧਨ ਹੋ ਰਹੇ ਨੇ ਔਰ ਚਾਈਨੀਜ਼ ਵਾਇਰਸ ਉਸ ਨੂੰ ਕਹਿ ਰਹੇ ਨੇ, ਉਹਨਾਂ ਦੀ ਜਗ੍ਹਾ ਤੇ ਖੜੇ ਹੋ ਕੇ ਐਂਥਨੀ ਫੂਚੀ ਇਸ ਗੱਲ ਨੂੰ ਰਿਜੈਕਟ ਕਰ ਦਿੰਦੇ ਨੇ। ਉਸ ਵੇਲੇ ਤਾਂ ਦੁਨੀਆ ਭਰ ਦੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਗਈ ਸੀ ਕਿ ਇਹ ਬਹੁਤ ਬਰੇਵ ਇਨਸਾਨ ਹੈ, ਪ੍ਰੈਜ਼ੀਡੈਂਟ ਦੀ ਸਟੇਟਮੈਂਟ ਨੂੰ ਨਕਾਰ ਰਿਹਾ ਹੈ। ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ US ਦੇ ਐਡੇ ਵੱਡੇ ਅਹੁਦੇ ਤੇ ਬਿਰਾਜਮਾਨ ਇਨਸਾਨ ਜਿਸ ਨੂੰ ਪੂਰੇ US ਦੀ ਵਾਗਡੋਰ ਜਿਸ ਦੇ ਹੱਥਾਂ ਦੇ ਵਿੱਚ ਹੈ, ਉਹ ਜੇਕਰ ਕੋਈ ਗੱਲ ਕਹਿ ਰਿਹਾ ਹੈ ਤਾਂ ਉਸਨੇ ਜ਼ਰੂਰ ਰਿਪੋਰਟਸ ਪੜ੍ਹੀਆਂ ਹੋਣੀਆਂ ਖੁਫੀਆ, ਜਾਂ ਉਸ ਦੀ ਗੱਲ ਦੇ ਵਿੱਚ ਕੋਈ ਦਮ ਹੋਣਾ। ਬਜਾਏ ਇਸ ਤੇ ਐਂਥਨੀ ਫੂਚੀ ਤੇ ਉਸ ਦੀ ਟੀਮ ਵੱਲੋਂ ਕੀਤਾ ਕੀ ਕਿਹਾ, ਡੋਨਾਲਡ ਟਰੰਪ ਦੀ ਇਮੇਜ ਜੋ ਸੀ ਉਹ ਦੁਨੀਆ ਸਾਹਮਣੇ ਕਿਸ ਕਦਰ ਦੀ ਬਣਾ ਦਿੱਤੀ ਗਈ ਕਿ ਇਹ ਤਾਂ ਮਨਮੌਜੀ ਆਦਮੀ ਹੈ, ਮੂਡੀ ਬੰਦਾ, ਗੁੱਸੇ ਵਿੱਚ ਆ ਕੇ ਕੁਝ ਵੀ ਬੋਲ ਦਿੰਦਾ। ਹਾਲਾਂਕਿ ਇਸ ਚੀਜ਼ ਦੀ ਹੁਣ ਨਿਖੇਧੀ ਕੀਤੀ ਜਾ ਰਹੀ ਹੈ। ਡੋਨਾਲਡ ਟਰੰਪ ਕਹਿ ਰਹੇ ਨੇ ਕਿ ਮੈਂ ਤਾਂ ਤੁਹਾਨੂੰ ਕਦੋਂ ਦਾ ਹੀ ਕਹਿ ਰਿਹਾ, ਜਦੋਂ ਹੁਣ ਇਹ ਚੀਜ਼ਾਂ ਤੁਹਾਡੇ ਸਾਹਮਣੇ ਅੱਗੇ ਆਈਆਂ ਤਾਂ ਤੁਸੀਂ ਹੁਣ ਖੁਦ ਜਾਣ ਜਾਓਗੇ ਕਿ ਵਾਕਈ ਹੀ ਨੈਚੁਰਲ ਵਾਇਰਸ ਨਹੀਂ ਹੈ ਬਲਕਿ ਮੈਨ ਮੇਡ ਵਾਇਰਸ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਚਾਈਨਾ ਜੋ ਹੈ ਉਹ ਅਮਰੀਕੀ ਮੀਡੀਆ ਨੂੰ ਕਾਫੀ ਜ਼ਿਆਦਾ ਪੈਸੇ ਦਿੰਦਾ ਹੈ ਔਰ ਹਾਲਾਂਕਿ ਅਮਰੀਕਾ ਵੱਲੋਂ ਉਸਦੇ ਆਪਣੀ ਮੀਡੀਆ ਨੂੰ ਇਹਨਾਂ ਸਪੋਰਟ ਨਹੀਂ ਕੀਤਾ ਜਾ ਰਿਹਾ। ਹੁਣ ਜਿੱਥੋਂ ਪੈਸਾ ਆਉਣਾ ਹੈ, ਮੀਡੀਆ ਦਾ ਉਹ ਕਲਾਇੰਟ ਹੈ ਤੇ ਆਪਣੇ ਕਲਾਇੰਟ ਦੀ ਜੀ ਹਜ਼ੂਰੀ ਹਰ ਇੱਕ ਇੰਸਟੀਟਿਊਸ਼ਨ ਕਰਦਾ ਹੈ, ਹਰ ਇੱਕ ਆਰਗੇਨਾਈਜੇਸ਼ਨ ਕਰਦੀ ਹੈ।
ਸੋ ਦੋਸਤੋ ਹੁਣ ਗੱਲ ਇਹ ਹੈ ਕਿ ਜਦੋਂ ਲੋਕਾਂ ਦੇ ਵਿੱਚ ਇਹ तमाम ਡੇਟਾਸ ਜਿਹੜੇ ਨੇ ਉਹ ਆਉਣ ਲੱਗੇ ਨੇ, ਸਾਰਾ ਕੁਝ ਇੱਕ ਸਾਫ਼-ਸਾਫ਼ ਜੋ ਹੈ ਲੋਕਾਂ ਨੂੰ ਪਤਾ ਲੱਗਣ ਲੱਗਾ ਹੈ। ਸੋ ਇੱਥੇ ਹੁਣ ਹੋਣ ਕੀ ਲੱਗਿਆ ਹੈ, ਜੋ ਐਂਥਨੀ ਫੂਚੀ ਨੇ ਉਹਨਾਂ ਦੀ तमाम ਜੋ ਕਾਰਸਤਾਨੀਆਂ ਨੇ ਉਹ ਬੇਨਕਾਬ ਹੋ ਰਹੀਆਂ ਨੇ ਲੋਕਾਂ ਦੇ ਅੱਗੇ। ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਸਾਰੀਆਂ ਕੁਝ ਇਸ ਕਿਸਮ ਦੀਆਂ ਈਮੇਲਸ ਨੇ ਜੋ ਸਾਹਮਣੇ ਆਈਆਂ ਨੇ, ਜਿਸ ਤੋਂ ਪਤਾ ਲੱਗਾ ਕਿ ਐਂਥਨੀ ਫੂਚੀ ਹੁਣ ਤੱਕ ਚਾਈਨੀਜ਼ ਵਾਇਰਸ ਨੂੰ ਬਣਾਉਣ ਵਾਸਤੇ ਲੈਬ ਨੂੰ, ਯਾਨੀ ਕਿ ਚਾਈਨੀਜ਼ ਲੈਬ ਨੂੰ ਫੰਡਿੰਗ ਵੀ ਕਰਦੇ ਰਹੇ। ਉਹਨਾਂ ਨੂੰ ਪਤਾ ਸੀ ਇਹ ਵਾਇਰਸ ਨੈਚੁਰਲ ਨਹੀਂ ਹੈ, ਮੈਨ ਮੇਡ ਹੈ, ਇਸ ਵਾਇਰਸ ਨੂੰ ਇੰਜੀਨੀਅਰਿੰਗ ਦੇ ਨਾਲ ਬਣਾਇਆ ਗਿਆ ਹੈ, ਪਰ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ। ਔਰ ਇਸ ਚੀਜ਼ ਦਾ ਪਤਾ ਲੱਗਦਿਆ ਜਦੋਂ ਖੁਫੀਆ ਏਜੰਸੀਜ਼ ਤੋਂ ਟਰੰਪ ਨੂੰ ਇਸ ਦੀ ਭਿਣਕ ਲੱਗੀ ਤਾਂ ਉਹਨਾਂ ਨੇ ਯਕਦਮ ਹੀ ਫੂਚੀ ਨੂੰ ਗ੍ਰਾਫ ਵਿੱਚੋਂ ਹਟਾ ਦਿੱਤਾ। ਪਰ ਇਹ ਗੱਲ ਲੋਕਾਂ ਦੇ ਸਾਹਮਣੇ ਹੁਣ ਹੌਲੀ-ਹੌਲੀ ਆ ਰਹੀ ਹੈ। ਹੋ ਸਕਦਾ ਹੈ ਕਿ ਇਸ ਪਿੱਛੇ ਟਰੰਪ ਨੂੰ ਹੀ ਹਟਾਏ ਜਾਣ ਪਿੱਛੇ ਕੋਈ ਵੱਡੀ ਰਾਜਨੀਤੀ ਰਹੀ ਹੋਵੇ। ਖੈਰ ਉਹ ਇਹ तमाम ਚੀਜ਼ਾਂ ਜੋ ਹੈ ਉਹ ਸਮਾਂ ਦੱਸੇਗਾ। ਨਾਲੋਂ ਨਾਲ ਜਦੋਂ ਭਰੀ ਮਹਿਫਿਲ ਦੇ ਵਿੱਚ ਇਹਨਾਂ ਮਿਸਟਰ ਫੂਚੀ ਦੇ ਦੁਆਰਾ ਟਰੰਪ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਜਦੋਂ ਲੋਕੀ ਬਹੁਤ ਖੁਸ਼ ਹੋ ਰਹੇ ਸੀ, ਉਹਨਾਂ ਦੀ ਬਰੇਵਰੀ ਦੇ ਕਿੱਸੇ ਪੜ੍ਹੇ ਜਾ ਰਹੇ ਸੀ, ਕਸੀਦੇ ਗਾਏ ਜਾ ਰਹੇ ਸੀ। ਸੋ ਉੱਥੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਮੇਲਸ ਹੱਥ ਲੱਗੀਆਂ ਨੇ ਏਜੰਸੀਜ਼ ਦੇ, ਉਹਦੇ ਵਿੱਚ ਚਾਈਨੀਜ਼ ਸਾਇੰਟਿਸਟ ਵੱਲੋਂ ਐਂਥਨੀ ਫੂਚੀ ਦਾ ਧੰਨਵਾਦ ਕੀਤਾ ਗਿਆ। ਔਰ ਇਹ ਚੀਜ਼ਾਂ ਦੱਸਦੀਆਂ ਨੇ ਕਿ ਵੱਡੇ ਪੈਮਾਨੇ ਤੇ ਇਹ ਕਾਰਸਤਾਨੀਆਂ ਜਿਹੜਾ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਕ ਵੈਲ ਪਲਾਨਡ ਚੀਜ਼ਾਂ ਸੀ ਤੇ ਪਲਾਨਿੰਗ ਦੇ ਆਧਾਰ ਤੇ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ ਰਿਹਾ। ਸੋ ਹੁਣ ਮੁੱਕਦੀ ਗੱਲ ਇਹ ਕਿ ਇਸ ਚੀਜ਼ ਦਾ ਹੱਲ ਕੀ ਹੋਏਗਾ ਕਿ ਚਾਈਨਾ $10 ਟ੍ਰਿਲੀਅਨ ਦੀ ਵੱਡੀ ਅਮਾਉਂਟ ਪੇ ਕਰਨ ਵਾਸਤੇ ਮੰਨੇਗਾ, ਜਾਂ ਅਮਰੀਕਾ ਨੂੰ ਇੱਕ ਇਸ ਤਰ੍ਹਾਂ ਦਾ ਹੀ ਲੂਪਹੋਲ ਚਾਹੀਦਾ ਸੀ ਜਿਸ ਜ਼ਰੀਏ ਉਹ ਦੁਨੀਆ ਦਾ ਧਿਆਨ ਵੀ ਖਿੱਚ ਸਕੇ, ਚਾਈਨਾ ਨੂੰ ਰਸਤੇ 'ਚੋਂ ਹਟਾ ਕੇ ਆਪ ਇੱਕ ਵਰਲਡ ਦੀ ਵੱਡੀ ਪਾਵਰ ਬਣ ਜਾਵੇ। ਔਰ ਐਂਥਨੀ ਫੂਚੀ ਨੂੰ ਜੇਕਰ ਉਹ ਫੜਦੇ ਨੇ ਤਾਂ ਕਿਸ ਤਰ੍ਹਾਂ ਦੀ ਵੱਡੀ ਸਜ਼ਾ ਦਿੱਤੀ ਜਾਏਗੀ ਕਿ ਉਹ ਵੱਡਾ ਇੱਕ ਪੀਰੀਅਡ ਜੋ 1.5-2 ਸਾਲਾਂ ਦਾ ਅਸੀਂ ਗਵਾ ਦਿੱਤਾ, ਉਸ ਸਮੇਂ ਦੇ ਵਿੱਚ ਕਿੰਨੀ ਇਕਨੋਮਿਕ ਡਿਵੈਲਪਮੈਂਟ ਹੋਣੀ ਸੀ, ਕਿੰਨੀ ਇੰਡਸਟਰੀਅਲ ਡਿਵੈਲਪਮੈਂਟ ਹੋਣੀ ਸੀ, ਸਾਡਾ ਗ੍ਰਾਫ ਜਿਹੜਾ ਉਹ ਕਿੱਥੇ ਜਾਣਾ ਸੀ। ਸੋ ਦੁਨੀਆ ਭਰ ਦਾ ਜੋ ਟਾਈਮ ਵੇਸਟ ਹੋਇਆ ਕਿ ਉਹ ਵਾਪਸ ਆ ਸਕਦਾ ਹੈ। ਸੋ ਇਹ ਗੱਲ ਤਾਂ ਸਾਫ਼ ਹੈ ਕਿ ਚਾਈਨੀਜ਼ ਵਾਇਰਸ ਯਾਨੀ ਕਿ ਕਰੋਨਾ ਵਾਇਰਸ ਦੇ ਪਿੱਛੇ ਸਿੱਧਾ ਚਾਈਨਾ ਦਾ ਹੱਥ ਹੈ। ਸੋ ਇਹ ਗੱਲ ਤਾਂ ਸਾਫ਼ ਹੈ ਕਿ ਚਾਈਨੀਜ਼ ਵਾਇਰਸ ਪਿੱਛੇ ਯਾਨੀ ਕਿ ਕਰੋਨਾ ਵਾਇਰਸ ਪਿੱਛੇ ਜੋ ਪੂਰੇ ਵਰਲਡ ਨੇ ਭੁਗਤਿਆ ਹੈ ਉਸ ਪਿੱਛੇ ਸਿੱਧਾ ਚਾਈਨਾ ਦਾ ਹੱਥ ਹੈ। ਔਰ ਲੋਕਡਾਊਨ ਤੱਕ ਇਹ तमाम ਜਿਹੜੀਆਂ ਗੱਲਾਂ ਸੀ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੀਆਂ ਸਨ। ਇਸ ਮੁਤਲਕ ਤੁਹਾਡਾ ਕੀ ਖਿਆਲ ਹੈ ਉਹ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਇੰਨੇ ਦੇ ਨਾਲ ਹੀ ਮੈਨੂੰ ਯਾਨੀ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਫਰੰਟਲਾਈਨਸ ਬੈਕਗਰਾਉਂਡ ਨੂੰ ਇੱਥੇ ਹੀ ਖਤਮ ਕਰਨ ਦੀ। ਇੱਕ ਵਾਰੀ ਫਿਰ ਤੋਂ ਕਿਸੇ ਹੋਰ ਵਿਸ਼ੇ ਦੇ ਨਾਲ ਤੇ ਉਸ ਦੀ ਸਾਰੀ ਬੈਕਗਰਾਉਂਡ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਦਾ ਅਨਮਿਊਟ।